प्रभु यसु मसीह के 800 साल आने तो पहला एक भविष्यवक्ता होया जिहड़ा भविष्यवाणियां करदा हुंदा सी। उहदा नाम सी जसाया नबी। जसाया नबी यसु मसीह बारे कहण लग रहा है। आपां सारे जने वचन खोलो, जसाया 9 अध्याय अते 6 वचन दे विच आपां पढ़दे हां। जसाया प्रभु यसु मसीह बारे की कहंदा है, क्योंकि यसु मसीह दे 800 साल पहला जसाया नबी इस धरती उत्ते आया सीगा। धरती के आने तो बाद प्रभु बारे भविष्यवाणी करता हुंदा सीगा कि देखो हुण असीं आए हैं, पर साडे बाद दे विच सानूं एक बालक बख्शिया जाता है जिहड़ा सारे जगत का भार अपने उत्ते लवेगा। हालेलुया। अते उहदे मोढियां उत्ते सारे संसार की जिम्मेदारी पाई जाएगी। हालेलुया। पढ़ो वचन जिन्हें कढ लिया, जसाया 9:6 नवरन दो बाइबल दे 9:6 ਤੋਂ ਸਾਡੇ ਲਈ ਤਾਂ ਇੱਕ ਬਾਲਕ ਜੰਮਿਆ ਜੀ ਅਤੇ ਸਾਨੂੰ ਇੱਕ ਪੁੱਤਰ ਬਖਸ਼ਿਆ ਗਿਆ, ਰਾਜ ਉਹਦੇ ਮੋਢੇ ਉੱਤੇ ਹੋਵੇਗਾ। ਹਾਲੇਲੂਇਆ। ਜਸਾਇਆ ਨਬੀ ਕਹਿੰਦਾ ਹੈ, ਕਹਿੰਦਾ ਸਾਡੇ ਲਈ ਤਾਂ ਇੱਕ ਬਾਲਕ ਜੰਮਿਆ ਅਤੇ ਸਾਨੂੰ ਇੱਕ ਪੁੱਤਰ ਬਖਸ਼ਿਆ ਗਿਆ, ਰਾਜ ਉਹਦੇ ਮੋਢੇ ਉੱਤੇ ਹੋਵੇਗਾ ਅਤੇ ਉਹਦਾ ਨਾਮ ਇਉਂ ਸੱਦਿਆ ਜਾਵੇਗਾ। ਉਹਦਾ ਨਾਮ ਇਉਂ ਸੱਦਿਆ ਜਾਵੇਗਾ, ਅਚਰਜ, ਸਲਾਊ, ਸ਼ਕਤੀਮਾਨ ਪਰਮੇਸ਼ਵਰ, ਅਨਾਦਿ ਪਿਤਾ, ਸ਼ਾਂਤੀ ਦਾ ਰਾਜਕੁਮਾਰ। ਉਹਦਾ ਨਾਮ ਹੈ ਪ੍ਰਭੂ ਯਿਸੂ ਮਸੀਹ ਦਾ ਨਾਮ। ਪਰਮੇਸ਼ਰ ਦਾ ਦਾਸ ਜਸਾਇਆ ਨਬੀ ਦੱਸਣ ਜਾ ਰਿਹਾ, ਕਹਿੰਦਾ ਉਹਦਾ ਨਾਮ ਹੋਗਾ ਅਚਰਜ, ਸਲਾਹੂ, ਸ਼ਕਤੀਮਾਨ ਪਰਮੇਸ਼ਵਰ, ਅਨਾਦਿ ਪਿਤਾ, ਸ਼ਾਂਤੀ ਦਾ ਰਾਜਕੁਮਾਰ। ਅਤੇ ਜਿਹੜਾ ਬਾਲਕ ਕਹਿੰਦਾ ਸਾਡੇ ਲਈ ਜੰਮੇਗਾ, ਉਹਦਾ ਰਾਜ ਕਦੇ ਵੀ ਖਤਮ ਹੋਣ ਵਾਲਾ ਰਾਜ ਨਹੀਂ ਹੋਵੇਗਾ। ਜਿਹੜੀ ਕਹਿੰਦਾ ਇਸ ਸੰਸਾਰ ਦੀ ਜ਼ਿੰਮੇਵਾਰੀ ਉਹਦੇ ਮੋਢੇ ਉੱਤੇ ਪਾਈ ਜਾਵੇਗੀ, ਰਾਜ ਉਹਦੇ ਮੋਢੇ ਉੱਤੇ ਹੋਵੇਗਾ ਅਤੇ ਉਹਦਾ ਨਾਮ ਸ਼ਕਤੀਮਾਨ ਹੋਵੇਗਾ, ਸਾਰੀਆਂ ਸ਼ਕਤੀਆਂ ਤੋਂ ਉੱਪਰ ਦੀ ਹੋਵੇਗਾ। ਜਿੰਨੀਆਂ ਸੰਸਾਰ ਦੇ ਵਿੱਚ ਸ਼ਕਤੀਆਂ ਹਨ, ਕਹਿੰਦਾ ਸਾਰੀਆਂ ਸ਼ਕਤੀਆਂ ਤੋਂ ਉੱਤੋਂ ਇੱਕ ਨਾਮ ਹੋਵੇਗਾ, ਉਹ ਹੋਵੇਗਾ ਸਰਬ ਸ਼ਕਤੀਮਾਨ ਪ੍ਰਭੂ, ਸ਼ਾਂਤੀ ਦਾ ਰਾਜਕੁਮਾਰ। ਹਾਂਜੀ। ਉਹਦੇ ਰਾਜ ਦੀ ਤਰੱਕੀ ਅਤੇ ਸਲਾਮਤੀ ਦੀ ਕੋਈ ਹੱਦ ਨਾ ਹੋਵੇਗੀ। ਉਹਦੇ ਰਾਜ ਦੀ ਤਰੱਕੀ ਅਤੇ ਸਲਾਮਤੀ ਦੀ ਕੋਈ ਹੱਦ ਨਾ ਹੋਵੇਗੀ। ਜਿੱਥੇ ਤੱਕ ਉਹਦਾ ਰਾਜ ਹੋਵੇਗਾ, ਉਹਦੇ ਰਾਜ ਦੀ ਕੋਈ ਵੀ ਹੱਦ ਨਹੀਂ ਹੋਵੇਗੀ, ਕੋਈ ਸੀਮਾ ਨਹੀਂ ਹੋਵੇਗੀ। ਉਹਦਾ ਰਾਜ ਦੁੱਗੋ ਦੁੱਗ ਰਾਜ ਕਰੇਗਾ। ਆਪਾਂ ਇਸ ਨੂੰ ਵਚਨ ਪਿੱਛੇ ਪੜ੍ਹ ਦਿਆਂਗੇ। 7 ਅਧਿਆਏ 14 ਪ੍ਰਭੂ ਦੇ ਜਨਮ ਦੀਆਂ ਵੀ ਕੁਝ ਵਿਧੀਆਂ ਸੀਗੀਆਂ। ਜਦੋਂ ਪ੍ਰਭੂ ਦੇ ਲਈ ਭਵਿੱਖਬਾਣੀਆਂ ਹੋ ਰਹੀਆਂ ਸੀਗੀਆਂ, ਤਾਂ ਭਵਿੱਖਬਾਣੀ ਦੇ ਵਿੱਚ ਜਸਾਇਆ ਨਬੀ ਇੱਕ ਹੋਰ ਭਵਿੱਖਬਾਣੀ ਪਰਮੇਸ਼ਰ ਦੇ ਲਈ ਕਰ ਰਿਹਾ ਹੈਗਾ। ਇਸ ਲਈ ਪ੍ਰਭੂ ਆਪ ਤੁਹਾਨੂੰ ਇੱਕ ਨਿਸ਼ਾਨ ਦੇਵੇਗਾ। ਇਸ ਲਈ ਪਰਮੇਸ਼ਰ ਤੁਹਾਨੂੰ ਇੱਕ ਨਿਸ਼ਾਨ ਦੇਵੇਗਾ। ਦੇਖੋ, ਇੱਕ ਕੁਮਾਰੀ ਗਰਭਵਤੀ ਹੋਵੇਗੀ ਅਤੇ ਪੁੱਤਰ ਜਣੇਗੀ ਅਤੇ ਉਹਦਾ ਨਾਮ, ਉਸਦਾ ਨਾਮ ਇਮਾਨੂਅਲ ਰੱਖੇਗੀ। ਹਾਲੇਲੂਇਆ। ਇਸ ਲਈ ਕਹਿੰਦਾ ਪਰਮੇਸ਼ਰ ਭਾਈ ਤੁਹਾਨੂੰ ਕਹਿੰਦਾ ਮੇਰੇ ਬਾਅਦ ਦੇ ਵਿੱਚ ਇੱਕ ਨਿਸ਼ਾਨ ਦੇਵੇਗਾ। ਆਉਣ ਵਾਲੇ ਦਿਨਾਂ ਦੇ ਵਿੱਚ ਕਹਿੰਦਾ ਇੱਕ ਨਿਸ਼ਾਨ ਦੇਵੇਗਾ। ਇੱਕ ਕੁਮਾਰੀ ਕਹਿੰਦਾ ਗਰਭਵਤੀ ਹੋਵੇਗੀ, ਇੱਕ ਕੁਮਾਰੀ ਕੁੜੀ ਗਰਭਵਤੀ ਹੋਵੇਗੀ। ਉਹਦੀ ਕੁੱਖ ਵਿੱਚ ਕਹਿੰਦਾ ਪਰਮੇਸ਼ਰ ਵੱਲੋਂ ਜੋਤ ਠਹਿਰੇਗੀ ਅਤੇ ਉਹ ਇੱਕ ਪੁੱਤਰ ਨੂੰ ਜਨਮ ਦੇਵੇਗੀ ਅਤੇ ਉਹ ਪੁੱਤਰ ਦਾ ਨਾਮ ਕੀ ਰੱਖੇਗੀ? ਇਮਾਨੂਏਲ। ਇਮਾਨੂਏਲ ਦਾ ਅਰਥਾਤ ਹੈ ਮਸੀਹ ਸਾਡੇ ਸੰਗ ਹੈ। ਹਾਲੇਲੂਇਆ। ਇਹ ਪਰਮੇਸ਼ਰ ਸਦਾ ਸਦਾ ਦੀ ਸਾਡੇ ਸੰਗ ਹੈ। ਇਮਾਨੂਏਲ ਦਾ ਇਹ ਅਰਥਾਤ ਹੈ। ਇਮਾਨੂਏਲ ਨਾਮ ਹੈ ਜਿਹੜਾ ਇਬਰਾਨੀ ਭਾਸ਼ਾ ਦੇ ਵਿੱਚ ਨਾਮ ਹੈ, ਤੇ ਇਮਾਨੂਏਲ ਦਾ ਅਰਥਾਤ ਇਹ ਹੈ ਕਿ ਮਸੀਹ ਅਰਥਾਤ ਪਰਮੇਸ਼ਵਰ ਹਮੇਸ਼ਾ ਸਾਡੇ ਸੰਗ ਹੈ। ਅਤੇ ਆਪਾਂ ਕੁਮਾਰੀ ਨੂੰ ਵੇਖਦੇ ਹਾਂ, ਪਰ ਇਸੇ ਕਹਾਣੀ ਨੂੰ ਆਪਾਂ ਅੱਗੇ ਲੈ ਕੇ ਚੱਲਦੇ ਹਾਂ। ਲੂਕਾ ਦੀ ਅੰਜੀਲ 1 ਅਧਿਆਏ ਉਹਦੇ 26 ਵਚਨ ਤੋਂ ਪੜ੍ਹਦੇ ਆਪਾਂ। ਲੂਕਾ ਦੀ ਅੰਜੀਲ ਆਪਾਂ ਵੇਖਦੇ ਹਾਂ ਕੁਮਾਰੀ ਦੇ ਬਾਰੇ ਕਿ ਉਹ ਕੁਮਾਰੀ ਦਾ ਨਾਮ ਕੀ ਸੀਗਾ, ਜਿਹੜੀ ਕੁਮਾਰੀ ਨੇ ਪ੍ਰਭੂ ਨੂੰ ਜਨਮ ਦਿੱਤਾ ਸੀਗਾ। 6ਵੇਂ ਮਹੀਨੇ ਜਬਰਾਇਲ ਦੂਤ ਪਰਮੇਸ਼ਵਰ ਦੀ ਵੱਲੋਂ ਨਾਸਰਤ ਨਾਮੇ ਗਲੀਲ ਦੇ ਇੱਕ ਨਗਰ ਵਿੱਚ ਇੱਕ ਕੁਮਾਰੀ ਦੇ ਕੋਲ ਭੇਜਿਆ ਗਿਆ। ਹਾਲੇਲੂਇਆ। 6ਵੇਂ ਮਹੀਨੇ ਦੇ ਵਿੱਚ ਜਬਰਾਇਲ ਦੂਤ ਪਰਮੇਸ਼ਵਰ ਦੀ ਵੱਲੋਂ, ਪਰਮੇਸ਼ਰ ਦੇ ਵੱਲੋਂ ਜਬਰਾਇਲ ਦੂਤ ਦਾ ਜੋ ਸਨੇਹ ਲਾਉਂਦਾਗਾ, ਉਹ ਪਰਮੇਸ਼ਰ ਦੇ ਵੱਲੋਂ ਨਾਸਰਤ ਦੇ ਵਿੱਚ ਭੇਜਿਆ ਗਿਆ। ਨਾਸਰਤ ਨਾਮੇ ਗਲੀਲ ਦੇ ਇੱਕ ਨਗਰ ਵਿੱਚ ਇੱਕ ਕੁਮਾਰੀ ਦੇ ਕੋਲ ਭੇਜਿਆ। ਉਹ ਕੁਮਾਰੀ ਦਾ ਨਾਮ ਕੀ, ਅੱਗੇ ਆਪਾਂ ਪੜ੍ਹਦੇ ਹਾਂ। ਜਿਹਦੀ ਕੁੜਮਾਈ ਯੂਸਫ ਕਰਕੇ ਦਾਊਦ ਦੇ ਘਰਾਣੇ ਦੇ ਇੱਕ ਪੁਰਸ਼ ਨਾਲ ਹੋਈ ਸੀ, ਔਰ ਉਸ ਕੁਮਾਰੀ ਦਾ ਨਾਮ ਸੀ ਮਰੀਅਮ। ਹਾਲੇਲੂਇਆ। ਉਹ ਕੁਮਾਰੀ ਕੁੜੀ ਸੀ ਜਿਹੜੀ, ਉਹਦਾ ਨਾਮ ਸੀ ਮਰੀਅਮ। ਉਹਦੀ ਸ਼ਾਦੀ ਨਹੀਂ ਹੋਈ ਸੀ ਹਲੇ, ਉਹਦਾ ਮੰਨ ਲਓ ਕੁੜਮਾਈ ਹੋਈ ਸੀ, ਉਹਦੀ ਮੰਗਣੀ ਹੋਈ ਸੀਗੀ।
ਮੰਗਣੀ ਹੋਈ ਸੀ ਉਹਦੀ ਯੂਸਫ ਦੇ ਨਾਲ। ਯੂਸਫ ਇੱਕ ਬਹੁਤ ਜ਼ਿਆਦਾ ਨੇਕ ਇਨਸਾਨ ਸੀਗਾ ਤੇ ਜਿਹੜੀ ਉਹ ਕੁਆਰੀ ਮਰੀਅਮ ਸੀਗੀ ਉਹ ਬਹੁਤ ਜ਼ਿਆਦਾ ਪਾਕ ਸਾਫ ਸੀ। ਉਹਦੀ ਜ਼ਿੰਦਗੀ ਦੇ ਵਿੱਚ ਕੋਈ ਵੀ ਪਾਪ ਨਹੀਂ ਸੀਗਾ, ਕਦੇ ਵੀ ਉਹਨੇ ਜ਼ਿੰਦਗੀ ਵਿੱਚ ਕੋਈ ਪਾਪ ਨਹੀਂ ਕੀਤਾ ਸੀਗਾ। ਉਹ ਪਰਮੇਸ਼ਰ ਦਾ ਡਰ ਹਮੇਸ਼ਾ ਉਹਦੀ ਜ਼ਿੰਦਗੀ ਵਿੱਚ ਰੱਖਦੀ ਸੀ ਅਤੇ ਪਰਮੇਸ਼ਰ ਦਾ ਦੂਤ ਉਹਦੇ ਨਾਲ ਗੱਲ ਕਰਨ ਲਈ ਆਇਆ। ਅਤੇ ਅੱਗੇ ਆਪਾਂ ਪੜ੍ਹਦੇ ਹਾਂ, ਅਤੇ ਉਸਨੇ ਉਸ ਕੋਲ ਅੰਦਰ ਆਣ ਕੇ ਕਿਹਾ, ਵਧਾਈ ਹੋ ਜਿਹਦੇ ਉੱਤੇ ਕਿਰਪਾ ਹੋਈ, ਪ੍ਰਭੂ ਤੇਰੇ ਨਾਲ ਹੈ। ਹਾਲੇਲੂਇਆ। ਪ੍ਰਭੂ ਦਾ ਵਚਨ ਆਪਾਂ ਨੂੰ ਸਿਖਾਉਂਦਾ ਅਤੇ ਜਦੋਂ ਜਬਰਾਇਲ ਦੂਤ ਮਰੀਅਮ ਦੇ ਕੋਲੇ ਗਿਆ, ਮਰੀਅਮ ਨੂੰ ਜਾ ਕੇ ਕਹਿੰਦਾ, ਮਰੀਅਮ ਵਧਾਈ ਹੋਵੇ ਜੋ ਤੇਰੇ ਉੱਤੇ ਕਹਿੰਦਾ ਪਰਮੇਸ਼ਰ ਦੀ ਕਿਰਪਾ ਹੋਈ ਹੈ ਤੇ ਪ੍ਰਭੂ ਹਮੇਸ਼ਾ ਤੇਰੇ ਨਾਲ ਹੈ। ਹਾਲੇਲੂਇਆ। ਹਾਂਜੀ। ਪਰ ਉਹ ਇਸ ਵਚਨ ਤੋਂ ਬਹੁਤ ਘਬਰਾਈ ਔਰ ਸੋਚਣ ਲੱਗੀ, ਜੋ ਇਹ ਕਿਹੋ ਜਿਹੀ ਵਧਾਈ ਹੈ। ਜਦੋਂ ਮਰੀਅਮ ਨੂੰ ਜਬਰਾਇਲ ਦੂਤ ਨੇ ਕਿਹਾ ਕਿ ਮਰੀਅਮ ਤੈਨੂੰ ਵਧਾਈ ਹੋਵੇ, ਪਰਮੇਸ਼ਰ ਦੀ ਕਿਰਪਾ ਤੇਰੇ ਉੱਤੇ ਹੋਈ ਹੈ ਅਤੇ ਪਰਮੇਸ਼ਵਰ ਤੇਰੇ ਨਾਲ ਹੈ, ਤਾਂ ਉਹ ਬਹੁਤ ਜ਼ਿਆਦਾ ਘਾਬਰ ਗਈ ਜਦੋਂ ਉਹਨੇ ਜਬਰਾਇਲ ਦੂਤ ਦੀ ਆਵਾਜ਼ ਨੂੰ ਸੁਣਿਆ ਅਤੇ ਸੋਚਣ ਲੱਗੀ ਵੀ ਕਿਉਂ ਜੀ ਵਧਾਈ ਮੇਰੇ ਲਈ ਫਰਿਸ਼ਤਾ ਲੈ ਕੇ ਆਇਆਗਾ, ਕਿਉਂ ਜੀ ਵਧਾਈ ਪਰਮੇਸ਼ਰ ਦਾ ਦੂਤ ਮੇਰੇ ਲਈ ਲੈ ਕੇ ਆਇਆਗਾ। ਅਤੇ ਉਹ ਘਾਬਰ ਗਈ ਕਿਉਂਕਿ ਉਹ ਕੁਮਾਰੀ ਸੀਗੀ। ਹਾਲੇਲੂਇਆ। ਹਾਂਜੀ। ਦੂਤ ਨੇ ਉਹਨੂੰ ਆਖਿਆ, ਹੇ ਮਰੀਅਮ ਨਾ ਡਰ, ਕਿਉਂ ਜੋ ਤੇਰੇ ਉੱਤੇ ਪਰਮੇਸ਼ਵਰ ਦੀ ਕਿਰਪਾ ਹੋਈ ਅਤੇ ਵੇਖ ਤੂੰ ਗਰਭਵਤੀ ਹੋਏਂਗੀ ਅਤੇ ਪੁੱਤਰ ਜਣੇਂਗੀ ਅਤੇ ਉਹਦਾ ਨਾਮ ਯਿਸੂ ਰੱਖਣਾ। ਹਾਲੇਲੂਇਆ। ਫਿਰ ਜਬਰਾਇਲ ਦੂਤ ਨੇ ਉਹਨੂੰ ਆਖਿਆ ਕਿ ਹੇ ਮਰੀਅਮ ਤੂੰ ਨਾ ਡਰ, ਜੋ ਤੇਰੇ ਉੱਤੇ ਪਰਮੇਸ਼ਰ ਦੀ ਕਿਰਪਾ ਹੋਈ ਹੈ ਅਤੇ ਵੇਖ ਭਾਈ ਤੂੰ ਗਰਭਵਤੀ ਹੋਵੇਂਗੀ ਅਤੇ ਤੂੰ ਇੱਕ ਪੁੱਤਰ ਨੂੰ ਜਨਮ ਦੇਵੇਂਗੀ। ਇਹ ਜਸਾਇਆ ਨਬੀ ਦੀ ਕਹਾਣੀ ਹੈ, ਜਸਾਇਆ ਨਬੀ ਦੀ ਭਵਿੱਖਬਾਣੀ ਹੈ ਜੋ ਇੱਥੇ ਆ ਕੇ ਮਰੀਅਮ ਉੱਤੇ ਪੂਰੀ ਹੋਣ ਜਾ ਰਹੀ ਹੈ। ਹਾਲੇਲੂਇਆ। ਯਿਸੂ ਮਸੀਹ ਤੋਂ ਪਹਿਲਾਂ ਜਸਾਇਆ ਨਬੀ ਆਉਂਦਾ ਹੈ ਤੇ ਜਸਾਇਆ ਨਬੀ ਯਿਸੂ ਮਸੀਹ ਦੇ ਬਾਰੇ ਭਵਿੱਖਬਾਣੀ ਕਰਦਾ ਹੈ ਅਤੇ ਉਹ ਭਵਿੱਖਬਾਣੀ ਆ ਕੇ ਫਿਰ ਲੂਕਾ ਦੀ ਅੰਜੀਲ ਵਿੱਚ ਨਾਸਰਤ ਨਾਮੇ ਦੇ ਵਿੱਚ ਮਰੀਅਮ ਕੁਮਾਰੀ ਦੇ ਉੱਤੇ ਪੂਰੀ ਹੁੰਦੀ ਹੈ। ਹਾਲੇਲੂਇਆ। ਅਤੇ ਵੇਖੋ ਪਰਮੇਸ਼ਰ ਦਾ ਦੂਤ ਮਰੀਅਮ ਨਾਲ ਗੱਲ ਕਰ ਰਿਹਾ ਕਿ ਵੇਖ ਤੂੰ ਗਰਭਵਤੀ ਹੋਵੇਂਗੀ ਔਰ ਤੂੰ ਇੱਕ ਪੁੱਤਰ ਨੂੰ ਵੀ ਜਨਮ ਦੇਵੇਂਗੇ ਤੇ ਉਸਨੂੰ ਪੁੱਤਰ ਦਾ ਨਾਮ ਵੀ ਪਹਿਲਾਂ ਰੱਖਣ ਲੱਗ ਰਿਹਾ ਕਿ ਉਹ ਪੁੱਤਰ ਦਾ ਨਾਮ ਭਾਈ ਤੂੰ ਕੀ ਰੱਖਣਾ? ਯਿਸੂ ਰੱਖਣਾ। ਯਿਸੂ ਦਾ ਮਤਲਬ ਮਸੀਹ। ਮਸੀਹ ਤੋਂ ਅਰਥਾਤ ਜਿਹੜਾ ਸਾਡੇ ਪਾਪਾਂ ਨੂੰ, ਸਾਡੇ ਗੁਨਾਹਾਂ ਨੂੰ ਆਪਣੇ ਆਪ ਉੱਤੇ ਲੈ ਕੇ ਸਲੀਬ ਉੱਤੇ ਚੜ੍ਹੇਗਾ ਤੇ ਸਾਡੇ ਪਾਪਾਂ ਦੇ ਲਈ ਉਹ ਕਫਾਰਾ ਭਰੇਗਾ, ਤੂੰ ਉਹਦਾ ਨਾਮ ਭਾਈ ਯਿਸੂ ਮਸੀਹ ਰੱਖਣਾ। ਹਾਲੇਲੂਇਆ। ਹਾਂਜੀ। ਉਹ ਮਹਾਨ ਹੋਵੇਗਾ ਤੇ ਅੱਤ ਮਹਾਨ ਦਾ ਪੁੱਤਰ ਸਦਾਵੇਗਾ ਅਤੇ ਪ੍ਰਭੂ ਪਰਮੇਸ਼ਵਰ ਉਹਦੇ ਪਿਤਾ ਦਾਊਦ ਦਾ ਤਖਤ ਉਹਨੂੰ ਦੇਵੇਗਾ। ਹਾਲੇਲੂਇਆ। ਦੁਬਾਰਾ ਪੜਾਂਗੇ ਵਚਨ। ਉਹ ਮਹਾਨ ਹੋਵੇਗਾ ਅਤੇ ਅੱਤ ਮਹਾਨ ਦਾ ਪੁੱਤਰ ਸਦਾਵੇਗਾ ਅਤੇ ਪ੍ਰਭੂ ਪਰਮੇਸ਼ਵਰ ਉਹਦੇ ਪਿਤਾ ਦਾਊਦ ਦਾ ਤਖਤ ਉਹਨੂੰ ਦੇਵੇਗਾ। ਹਾਲੇਲੂਇਆ। ਪਰਮੇਸ਼ਵਰ ਨੇ ਦਾਊਦ ਦੇ ਨਾਲ ਇੱਕ ਵਾਅਦਾ ਕੀਤਾ ਸੀਗਾ, ਵਿੱਚ ਜ਼ਬੂਰਾਂ ਦੀ ਪੋਥੀ ਦੇ ਵਿੱਚ ਵਚਨ ਕਹਿੰਦਾ ਦਾਊਦ ਦੇ ਨਾਲ ਮੈਂ ਇੱਕ ਵਾਅਦਾ ਕਰਦਾ ਕਿ ਤੇਰੀ ਅੰਸ਼ ਦੇ ਵਿੱਚੋਂ ਮੈਂ ਇੱਕ ਜਨਮਾਂਗਾ ਅਤੇ ਉਹ ਸਾਰੇ ਰਾਜ ਨੂੰ, ਸਾਰੇ ਸੰਸਾਰ ਨੂੰ ਕਹਿੰਦਾ ਉਹਦੇ ਮੋਢਿਆਂ ਉੱਤੇ ਰੱਖਾਂਗਾ ਅਤੇ ਉਹ ਸਾਰੇ ਸੰਸਾਰ ਦੇ ਉੱਤੇ ਕਹਿੰਦਾ ਰਾਜ ਕਰੇਗਾ। ਤੇਰੀ ਕਹਿੰਦਾ ਪੀੜ੍ਹੀ ਦੇ ਵਿੱਚੋਂ ਉਠਾ ਕੇ ਇੱਕ ਨੂੰ ਕਹਿੰਦਾ ਉੱਚੇ ਸਿੰਘਾਸਨ ਉੱਤੇ ਬਿਠਾਵਾਂਗਾ। ਹਾਲੇਲੂਇਆ। ਅਤੇ ਕਹਿੰਦਾ ਪ੍ਰਭੂ ਦਾਊਦ ਦਾ ਤਖਤ ਉਹਨੂੰ ਦੇਵੇਗਾ ਅਤੇ ਕਹਿੰਦਾ ਜਿਹੜਾ ਤਖਤ ਅੱਜ ਮੈਂ ਦਾਊਦ ਦੇ ਲਈ ਲਾਇਆ ਸੀਗਾ, ਦਾਊਦ ਦੀ ਕਹਿੰਦਾ ਅੰਸ਼ ਦੇ ਲਈ ਮੈਂ ਲਾਇਆ ਸੀ, ਉਹ ਤਖਤ ਕਹਿੰਦਾ ਅੱਜ ਮੈਂ ਯਿਸੂ ਮਸੀਹ ਨੂੰ ਦੇਵਾਂਗਾ। ਹਾਲੇਲੂਇਆ। ਹਾਂਜੀ। ਉਹ ਜੁਗ ਜੁਗ ਯਕੂਬ ਦੇ ਘਰਾਣੇ ਉੱਤੇ ਰਾਜ ਕਰੇਗਾ ਅਤੇ ਉਹਦੇ ਰਾਜ ਦਾ ਅੰਤ ਨਾ ਹੋਵੇਗਾ। ਉਹ ਜੁਗੋ ਜੁਗ ਯਕੂਬ ਦੇ ਘਰਾਣੇ ਉੱਤੇ ਸਾਰੀ ਦੁਨੀਆ ਉੱਤੇ ਕਹਿੰਦਾ ਰਾਜ ਕਰੇਗਾ ਭਾਈ, ਅਤੇ ਰਾਜ ਦਾ ਅੰਤ ਕਦੇ ਨਾ ਹੋਵੇਗਾ। ਹਾਲੇਲੂਇਆ। ਕਿਉਂਕਿ ਯਿਸੂ ਮਸੀਹ ਅੱਜ ਤੋਂ 2020 ਸਾਲ ਪਹਿਲਾਂ ਇਸ ਧਰਤੀ ਉੱਤੇ ਆਏ ਅਤੇ ਉਹ ਸਾਡੇ ਪਾਪਾਂ ਦਾ ਕਫਾਰਾ ਦੇ ਕੇ ਸਲੀਬ ਉੱਤੇ ਆਪਣੇ ਆਪ ਨੂੰ ਦੁੱਖ ਦੇ ਕੇ ਸਾਡੇ ਪਾਪਾਂ ਦੇ ਲਈ ਆਪਣੇ ਹੱਥਾਂ ਪੈਰਾਂ ਵਿੱਚ ਕਿੱਲ ਠਕਵਾ ਕੇ ਸਾਡੀ ਮੁਕਤੀ ਦੇ ਲਈ ਆਪਣਾ ਲਹੂ ਵਹਾ ਕੇ ਸਲੀਬ ਉੱਤੇ ਮਾਰੇ ਗਏ, ਗੱਡੇ ਗਏ ਤੇ ਵਚਨ ਦੇ ਅਨੁਸਾਰ ਉਹ ਤੀਜੇ ਦਿਨ ਮੁਰਦਿਆਂ ਵਿੱਚੋਂ ਜਿੰਦਾ ਹੋਏ ਅਤੇ 40 ਦਿਨ ਧਰਤੀ ਉੱਤੇ ਰਹੇ ਤੇ 40 ਦਿਨ ਫਿਰ ਜਿਉਂਦੇ ਅਸਮਾਨ ਨੂੰ ਚੱਕੇ ਗਏ। ਹਾਲੇਲੂਇਆ। ਅਤੇ ਉਹਦਾ ਰਾਜ ਅੱਜ ਵੀ ਜੁਗੋ ਜੁਗ ਮੁਬਾਰਕ ਹੈ। ਅੱਜ ਵੀ ਯਿਸੂ ਮਸੀਹ ਜਿਉਂਦਾ ਹੈ। ਅੱਜ ਵੀ ਯਿਸੂ ਮਸੀਹ ਦੇ ਨਾਮ ਦੇ ਵਿੱਚ ਮੁਰਦੇ ਜਿਉਂਦਾ ਹੁੰਦੇ ਨੇ। ਅੱਜ ਵੀ ਯਿਸੂ ਮਸੀਹ ਦੇ ਨਾਮ ਦੇ ਵਿੱਚ ਅੰਨੇ ਦੇਖਦੇ ਨੇ। ਅੱਜ ਵੀ ਯਿਸੂ ਮਸੀਹ ਦੇ ਨਾਮ ਦੇ ਵਿੱਚ ਲਾਂਗੜੇ ਚੱਲਦੇ ਨੇ। ਅੱਜ ਵੀ ਯਿਸੂ ਮਸੀਹ ਦੇ ਨਾਮ ਦੇ ਵਿੱਚ ਅਧਰੰਗੀ ਚੰਗੇ ਕੀਤੇ ਜਾਂਦੇ ਨੇ। ਹਾਲੇਲੂਇਆ। ਕਿਉਂਕਿ ਵਚਨ ਦੇ ਵਿੱਚ ਲਿਖਿਆ ਕਹਿੰਦਾ ਦੇਖੋ ਮੈਂ ਯੁੱਗਾਂ ਦੇ ਅੰਤ ਤੱਕ ਹਮੇਸ਼ਾ ਤੁਹਾਡੇ ਨਾਲ ਹਾਂ। ਹਾਲੇਲੂਇਆ। ਇਸ ਕਰਕੇ ਸਾਨੂੰ ਆਪਣਾ ਵਿਸ਼ਵਾਸ ਪਰਮੇਸ਼ਰ ਉੱਤੇ ਰੱਖਣਾ ਚਾਹੀਦਾ ਤੇ ਪਰਮੇਸ਼ਰ ਦਾ ਵਚਨ ਸਾਡੀ ਜ਼ਿੰਦਗੀ ਦੇ ਲਈ ਬਹੁਤ ਤਾਇਤ ਜ਼ਰੂਰੀ ਹੈ। ਕਿਉਂਕਿ ਜਦੋਂ ਸਾਡਾ ਵਚਨ ਉੱਤੇ ਚਿੱਤ ਹੈ, ਵਚਨ ਉੱਤੇ ਭਰੋਸਾ ਗਾ, ਤਾਂ ਪਰਮੇਸ਼ਰ ਦਾ ਵਚਨ ਸਾਡੀ ਹਰ ਟਾਈਮ ਰਾਖੀ ਕਰਦਾ ਹੈਗਾ। ਹਾਲੇਲੂਇਆ। ਅਤੇ ਵਚਨ ਕੀ ਸੀਗਾ? ਇਹ ਪ੍ਰਭੂ ਯਿਸੂ ਮਸੀਹ ਕੀ ਸੀਗਾ? ਆਪਾਂ ਯੋਹੰਨਾ ਦੀ ਅੰਜੀਲ ਵਿੱਚ ਪੜ੍ਹ ਦਿਆਂਗੇ। ਯੋਹੰਨਾ ਦੀ ਅੰਜੀਲ 1 ਅਧਿਆਇ ਤੋਂ ਪੜ੍ਹਦੇ ਆਪਾਂ।
ਜਿਹੜਾ ਯਿਸੂ ਮਸੀਹ ਸੀਗਾ ਇਹ ਕੀ ਸੀਗਾ, ਕਿਉਂ ਇਹ ਧਰਤੀ ਉੱਤੇ ਆਇਆ, ਕਾਹਦੇ ਵਾਸਤੇ ਉਹਨੂੰ ਜ਼ਰੂਰਤ ਪਈ ਕਿ ਆਪਣਾ ਸਵਰਗ ਦਾ ਰਾਜ ਭਾਗ ਛੱਡ ਕੇ ਇਸ ਧਰਤੀ ਉੱਤੇ ਆਵੇ। ਹਾਂਜੀ, ਸ਼ੁਰੂ ਤੋਂ ਪੜ੍ਹਦੇ ਹਾਂ। ਆਦਿ ਵਿੱਚ ਸ਼ਬਦ ਸੀ ਔਰ ਸ਼ਬਦ ਪਰਮੇਸ਼ਵਰ ਦੇ ਸੰਗ ਸੀ ਅਤੇ ਸ਼ਬਦ ਪਰਮੇਸ਼ਵਰ ਸੀ। ਹਾਲੇਲੂਇਆ। ਆਦਿ ਵਿੱਚ ਸ਼ਬਦ ਸੀ, ਸ਼ਬਦ ਪਰਮੇਸ਼ਵਰ ਦੇ ਸੰਗ ਸੀ ਅਤੇ ਸ਼ਬਦ ਹੀ ਪਰਮੇਸ਼ਵਰ ਸੀ। ਜਦੋਂ ਅਸੀਂ ਬਾਈਬਲ ਨੂੰ ਪੜ੍ਹਦੇ ਹਾਂ, ਅਸੀਂ ਕਿਸ ਨੂੰ ਪੜ੍ਹਦੇ ਹਾਂ? ਅਸੀਂ ਯਿਸੂ ਮਸੀਹ ਨੂੰ ਪੜ੍ਹਦੇ ਹਾਂ। ਹਾਲੇਲੂਇਆ। ਕਿਉਂਕਿ ਜੋ ਸ਼ਬਦ ਹੈ ਉਹ ਸ਼ਬਦ ਕੌਣ ਹੈ? ਪ੍ਰਭੂ ਯਿਸੂ ਮਸੀਹ ਹੈ। ਸ਼ਬਦ ਪਰਮੇਸ਼ਵਰ ਦੇ ਸੰਗ ਸੀ ਅਤੇ ਸ਼ਬਦ ਹੀ ਪਰਮੇਸ਼ਵਰ ਸੀ। ਹਾਂਜੀ, ਇਹੋ ਆਦਿ ਵਿੱਚ ਪਰਮੇਸ਼ਵਰ ਦੇ ਸੰਗ ਸੀ। ਸਭ ਕੁਝ ਉਸ ਤੋਂ ਰਚਿਆ ਗਿਆ ਤੇ ਰਚਨਾ ਵਿੱਚੋਂ ਇੱਕ ਵਸਤੂ ਵੀ ਉਸ ਤੋਂ ਬਿਨਾਂ ਨਹੀਂ ਰਚੀ ਗਈ। ਹਾਲੇਲੂਇਆ। ਅਤੇ ਇਹੋ ਆਦਿ ਵਿੱਚ ਸੀਗਾ, ਕਿਉਂਕਿ ਪ੍ਰਭੂ ਤੋਂ ਬਿਨਾਂ ਕੋਈ ਵੀ ਚੀਜ਼ ਇਸ ਧਰਤੀ ਵਿੱਚ ਨਹੀਂ ਰਚੀ ਗਈ, ਇਸ ਆਕਾਸ਼ ਉੱਤੇ ਨਹੀਂ ਰਚੀ ਗਈ, ਪੂਰੇ ਬ੍ਰਹਮਾਂਡ ਵਿੱਚ ਨਹੀਂ ਰਚੀ ਗਈ। ਪ੍ਰਭੂ ਦਾ ਵਚਨ ਕਹਿੰਦਾ ਸਭ ਕੁਝ ਉਸ ਤੋਂ ਰਚਿਆ ਗਿਆ ਅਤੇ ਰਚਨਾ ਵਿੱਚੋਂ ਕੋਈ ਵੀ ਵਸਤੂ ਉਸ ਤੋਂ ਬਿਨਾਂ ਨਹੀਂ ਰਚੀ ਗਈ। ਹਾਂਜੀ, ਉਸ ਵਿੱਚ ਜਿਉਣ ਸੀ ਅਤੇ ਜਿਉਣ ਇਨਸਾਨ ਦਾ ਚਾਨਣ ਸੀ। ਪ੍ਰਭੂ ਵਿੱਚ ਜਿਉਣ ਸੀਗਾ ਅਤੇ ਜਿਉਣ ਹੀ ਇਨਸਾਨ ਦਾ ਚਾਨਣ ਸੀ। ਕਿਉਂਕਿ ਪ੍ਰਭੂ ਵਚਨ ਦੇ ਵਿੱਚ ਕਹਿੰਦਾ ਜੇ ਕੋਈ ਮੇਰੇ ਮਗਰ ਚੱਲਦਾ ਹੈ ਤਾਂ ਉਹ ਕਦੇ ਵੀ ਕਹਿੰਦਾ ਹਨੇਰੇ ਵਿੱਚ ਨਹੀਂ ਚੱਲੇਗਾ। ਹਾਲੇਲੂਇਆ। ਹਾਂਜੀ, ਉਹ ਚਾਨਣ ਹਨੇਰੇ ਵਿੱਚ ਚਮਕਦਾ ਹੈ ਪਰ ਹਨੇਰੇ ਨੇ ਉਹਨੂੰ ਨਾ ਬੁਝਾਇਆ। ਉਹ ਚਾਨਣਾ ਜਿਹੜਾ ਹਨੇਰੇ ਵਿੱਚ ਚਮਕਦਾ, ਜਿੱਥੇ ਪ੍ਰਭੂ ਦਾ ਕਲਾਮ ਆਉਂਦਾ ਉਹ ਦਿਲਾਂ ਦੇ ਵਿੱਚੋਂ ਹਨੇਰਾ ਦੂਰ ਹੋ ਜਾਂਦਾ ਹੈ, ਉਹ ਦਿਲਾਂ ਦੇ ਵਿੱਚੋਂ ਪਾਪ ਦੂਰ ਹੋ ਜਾਂਦਾ ਅਤੇ ਹਨੇਰਾ ਉਸ ਜਗ੍ਹਾ ਨੂੰ ਛੱਡ ਕੇ ਜਾਂਦਾ ਹੈ। ਬਲਕਿ ਹਨੇਰਾ ਚਾਨਣ ਨੂੰ ਨਹੀਂ ਬੁਝਾ ਸਕਦਾ, ਕਿਉਂਕਿ ਚਾਨਣ ਹਨੇਰੇ ਤੋਂ ਪ੍ਰਭਾਵਸ਼ਾਲੀ ਹੈ। ਹਾਲੇਲੂਇਆ। ਹਾਂਜੀ, ਪਰਮੇਸ਼ਵਰ ਦੀ ਵੱਲੋਂ ਯਹੋਨਾ ਨਾਮੇ ਇੱਕ ਮਨੁੱਖ ਭੇਜਿਆ ਹੋਇਆ ਸੀ। ਇਹਦੀ ਸਾਖੀ ਦੇ ਲਈ ਆਖਿਆ, ਭਾਈ ਚਾਨਣ ਉੱਤੇ ਸਾਖੀ ਦੇਵੇ ਤਾਂ ਜੋ ਸਭ ਲੋਕ ਉਹਦੇ ਰਾਹੀਂ ਨੀਚਾ ਕਰਨ। ਉਹ ਆਪ ਚਾਨਣ ਤਾਂ ਨਹੀਂ ਸੀ, ਪਰ ਉਹ ਚਾਨਣ ਉੱਤੇ ਸਾਖੀ ਦੇਣ ਆਇਆ ਸੀ। ਯਿਸੂ ਮਸੀਹ ਦੇ ਮੂਹਰੇ ਇੱਕ ਇਨਸਾਨ ਭੇਜਿਆ ਸੀ, ਯੋਹੰਨਾ ਨਬੀ। ਯੋਹੰਨਾ ਨਬੀ ਸੀ, ਉਹ ਪਾਣੀ ਦੇ ਵਿੱਚ ਬਪਤਿਸਮਾ ਦਿੰਦਾ ਹੁੰਦਾ ਸੀ ਤੇ ਲੋਕਾਂ ਨੂੰ ਯਿਸੂ ਮਸੀਹ ਦੇ ਬਾਰੇ ਪ੍ਰਚਾਰ ਕਰਦਾ ਹੁੰਦਾ ਸੀਗਾ ਕਿ ਵੇਖੋ ਮੇਰੇ ਪਿੱਛੇ ਇੱਕ ਚਾਨਣ ਆਉਂਦਾਗਾ, ਮੇਰੇ ਪਿੱਛੇ ਇੱਕ ਜਗਤ ਦਾ ਲੇੜਾ ਆਉਂਦਾਗਾ, ਪਰਮੇਸ਼ਰ ਦਾ ਲੇੜਾ ਆਉਂਦਾਗਾ, ਜਿਹੜਾ ਜਗਤ ਦੇ ਪਾਪਾਂ ਨੂੰ ਚੱਕਦਾ ਅਤੇ ਆਪਣੀ ਪਿੱਠ ਉੱਤੇ ਉਹ ਪਾਪਾਂ ਨੂੰ ਲੈ ਕੇ ਢੋਂਦਾਗਾ। ਹਾਲੇਲੂਇਆ। ਅਤੇ ਕਹਿੰਦਾ ਮੈਂ ਉਹਦੀ ਜੁੱਤੀ ਦੇ ਤਲਵਿਆਂ ਨੂੰ ਵੀ ਸਾਫ਼ ਕਰਨ ਦੇ ਯੋਗ ਨਹੀਂ ਹਾਂ। ਹਾਲੇਲੂਇਆ। ਬੇਸ਼ੱਕ ਯੋਹੰਨਾ ਨਬੀ ਦੇ ਵਿੱਚ ਕੋਈ ਪਾਪ ਨਹੀਂ ਸੀਗਾ, ਯੋਹੰਨਾ ਨਬੀ ਆਪ ਹੀ ਪਰਮੇਸ਼ਰ ਦਾ ਡਰ ਰੱਖਦਾ ਸੀ, ਪਰਮੇਸ਼ਰ ਦਾ ਪ੍ਰਚਾਰ ਕਰਦਾ ਸੀ, ਪਰ ਫਿਰ ਵੀ ਕਹਿੰਦਾ ਜਿਹੜਾ ਮੇਰੇ ਪਿੱਛੇ ਆ ਰਿਹਾ ਉਹ ਕਹਿੰਦਾ ਮੇਰੇ ਤੋਂ ਵੱਡਾ ਹੈ ਅਤੇ ਮੇਰੇ ਤੋਂ ਪਹਿਲਾਂ, ਅਤੇ ਮੈਂ ਉਹਦੀ ਜੁੱਤੀ ਸਾਫ਼ ਕਰਨ ਦੇ ਯੋਗ ਵੀ ਨਹੀਂ ਹਾਂ। ਹਾਲੇਲੂਇਆ। ਹਾਂਜੀ, ਸੱਚਾ ਚਾਨਣ ਜਿਹੜਾ ਹਰੇਕ ਮਨੁੱਖ ਦਾ ਉਜਾਲਾ ਕਰਦਾ ਹੈ ਜਗਤ ਵਿੱਚ ਆਉਣ ਵਾਲਾ ਸੀ। ਉਹ ਜਗਤ ਵਿੱਚ ਸੀ ਅਤੇ ਜਗਤ ਉਸ ਤੋਂ ਰਚਿਆ ਗਿਆ, ਪਰ ਜਗਤ ਨੇ ਉਸ ਨੂੰ ਨਾ ਪਛਾਤਾ। ਹਾਲੇਲੂਇਆ। ਜਿਹੜਾ ਸ਼ਬਦ ਸੀਗਾ, ਜਿਹੜੇ ਸ਼ਬਦ ਦੇ ਜ਼ਰੀਏ ਧਰਤੀ ਆਕਾਸ਼ ਦੀ ਰਚਨਾ ਹੋਈ, ਉਹ ਸ਼ਬਦ ਧਰਤੀ ਵਿੱਚ ਦੇਹਧਾਰੀ ਹੋ ਕੇ ਆਇਆ ਅਤੇ ਪਰ ਇਨਸਾਨਾਂ ਦੇ ਵਿੱਚ ਉਹਨੇ ਵਾਸ ਕੀਤਾ, ਪਰ ਇਨਸਾਨਾਂ ਨੇ ਉਹਨੂੰ ਨਾ ਪਛਾਣਿਆ। ਉਹ ਇਨਸਾਨਾਂ ਦੇ ਸੰਗ ਰਿਹਾ ਅਤੇ ਇਨਸਾਨਾਂ ਨੇ ਉਹਨੂੰ ਕੀ ਸਮਝਿਆ ਕਿ ਇੱਕ ਆਮ ਮਨੁੱਖ ਹੈ। ਹਾਲੇਲੂਇਆ। ਪਰ ਉਹ ਮਨੁੱਖ ਨੇ ਉਹ ਸ਼ਬਦ ਸੀ ਜਿਹੜਾ ਦੇਹਧਾਰੀ ਹੋ ਕੇ ਇਹ ਜੱਗ ਵਿੱਚ ਆ ਗਿਆ ਸੀਗਾ ਅਤੇ ਵਚਨ ਕਹਿੰਦਾ ਉਹ ਜਗਤ ਵਿੱਚ ਸੀ ਅਤੇ ਜਗਤ ਉਹ ਤੋਂ ਰਚਿਆ ਗਿਆ ਸੀ, ਪਰ ਜਗਤ ਨੇ ਉਹਨੂੰ ਨਾ ਪਛਾਣਿਆ। ਹਾਂਜੀ, ਉਹ ਆਪਣੇ ਘਰ ਆਇਆ ਤੇ ਜਿਹੜੇ ਉਹਦੇ ਆਪਣੇ ਸਨ ਉਹਨਾਂ ਨੇ ਉਸ ਨੂੰ ਕਬੂਲ ਨਾ ਕੀਤਾ, ਪਰ ਜਿਨ੍ਹਾਂ ਨੇ ਉਸ ਨੂੰ ਕਬੂਲ ਕੀਤਾ ਉਸ ਨੇ ਉਹਨਾਂ ਨੂੰ ਪਰਮੇਸ਼ਵਰ ਦੇ ਪੁੱਤਰ ਹੋਣ ਦਾ ਹੱਕ ਦਿੱਤਾ, ਅਰਥਾਤ ਜਿਨ੍ਹਾਂ ਨੇ ਉਸ ਦੇ ਨਾਮ ਉੱਤੇ ਨੀਚਾ ਕੀਤੀ। ਜਿਹੜੇ ਪ੍ਰਭੂ ਦੇ ਭੈਣ ਭਾਈ ਸੀ, ਜਿਨ੍ਹਾਂ ਦੇ ਵਿੱਚ ਪ੍ਰਭੂ ਨੇ ਜਨਮ ਲੈਤਾ ਸੀਗਾ, ਉਹਨਾਂ ਲੋਕਾਂ ਨੇ ਵੀ ਪਰਮੇਸ਼ਰ ਨੂੰ ਕਬੂਲ ਨਾ ਕੀਤਾ, ਪਰ ਪ੍ਰਭੂ ਦਾ ਵਚਨ ਕਹਿੰਦਾ ਜਿਨ੍ਹਾਂ ਨੇ ਪ੍ਰਭੂ ਨੂੰ ਕਬੂਲ ਕੀਤਾ ਹੈ ਉਹਨੇ ਹੀ ਲੋਕਾਂ ਨੂੰ ਪਰਮੇਸ਼ਰ ਦਾ ਪੁੱਤਰ ਹੋਣ ਦਾ ਹੱਕ ਦਿੱਤਾ, ਅਰਥਾਤ ਜਿਨ੍ਹਾਂ ਨੇ ਉਹਦੇ ਨਾਮ ਉੱਤੇ ਵਿਸ਼ਵਾਸ ਕੀਤਾ। ਹਾਂਜੀ, ਉਹ ਨਾ ਲਹੂ ਤੋਂ, ਨਾ ਸਰੀਰ ਦੀ ਇੱਛਾ ਤੋਂ, ਨਾ ਪੁਰਖ ਦੀ ਇੱਛਾ ਤੋਂ, ਪਰ ਪਰਮੇਸ਼ਵਰ ਤੋਂ ਪੈਦਾ ਹੋਏ। ਹਾਲੇਲੂਇਆ। ਜਿਹੜਾ ਪ੍ਰਭੂ ਯਿਸੂ ਮਸੀਹ ਦਾ ਜਨਮ ਸੀਗਾ, ਆਪਾਂ ਪਿੱਛੇ ਪੜ੍ਹਦੇ ਹਾਂ ਕਿ ਪਰਮੇਸ਼ਰ ਦੇ ਲਈ ਸਾਖੀ ਹੁੰਦੀ ਹੈ, ਪਰਮੇਸ਼ਰ ਦੇ ਲਈ ਭਵਿੱਖਬਾਣੀ ਹੁੰਦੀ ਹੈ ਤੇ ਇੱਕ ਕੁਮਾਰੀ ਗਰਭਵਤੀ ਹੁੰਦੀ ਹੈ। ਇੱਥੇ ਵਚਨ ਆਪਾਂ ਨੂੰ ਕਲੀਅਰ ਕਰਦਾ, ਵਚਨ ਕਹਿੰਦਾ ਉਹ ਤਾਂ ਨਾ ਲਹੂ ਤੋਂ, ਨਾ ਸਰੀਰ ਦੀ ਇੱਛਾ ਤੋਂ, ਨਾ ਹੀ ਪੁਰਖ ਦੀ ਇੱਛਾ ਤੋਂ, ਪਰ ਨਿਰਾ ਕਿਤੋਂ ਪੈਦਾ ਹੋਇਆ? ਉਹ ਪਰਮੇਸ਼ਰ ਤੋਂ ਪੈਦਾ ਹੋਇਆ। ਹਾਲੇਲੂਇਆ। ਕਿਉਂਕਿ ਆਪਾਂ ਜਾਣਦੇ ਹਾਂ ਕਿ ਜਦੋਂ ਵਿਆਹ ਹੁੰਦਾ ਹੈ, ਵਿਆਹ ਤੋਂ ਬਾਅਦ ਹੀ ਆਪਣਾ ਬੱਚਾ ਪੈਦਾ ਹੁੰਦਾ, ਪਰ ਪ੍ਰਭੂ ਦਾ ਵਚਨ ਕਹਿੰਦਾ ਜਿਹੜਾ ਯਿਸੂ ਮਸੀਹ ਦੀ ਕਹਾਣੀ ਹੈ, ਯਿਸੂ ਮਸੀਹ ਦੀ ਕਹਾਣੀ ਸਾਰੇ ਜੱਗ ਤੋਂ ਲੈਦਾ ਗਈ। ਹਾਲੇਲੂਇਆ। ਕਿਉਂਕਿ ਉਹ ਕਿਤੋਂ ਪੈਦਾ ਸੀ? ਉਹ ਪਰਮੇਸ਼ਰ ਤੋਂ ਪੈਦਾ ਸੀਗਾ। ਉਹ ਕਹਿੰਦਾ ਨਾ ਤਾਂ ਉਹ ਮਾਸ ਤੋਂ, ਨਾ ਹੀ ਉਹ ਲਹੂ ਤੋਂ,
ਨਾ ਹੀ ਉਹ ਸਰੀਰ ਦੀ ਇੱਛਾ ਤੋਂ, ਨਾ ਹੀ ਉਹ ਪੁਰਸ਼ ਦੀ ਇੱਛਾ ਤੋਂ, ਪਰ ਕਿਤੋਂ ਪੈਦਾ ਹੋਏ? ਉਹ ਨਿਰਾ ਪਰਮੇਸ਼ਰ ਤੋਂ ਪੈਦਾ ਹੋਏ। ਹਾਂਜੀ, ਅਤੇ ਸ਼ਬਦ ਦੇਹਧਾਰੀ ਹੋਇਆ ਤੇ ਕਿਰਪਾ ਅਤੇ ਸੱਚਾਈ ਨਾਲ ਭਰਪੂਰ ਹੋ ਕੇ ਸਾਡੇ ਵਿੱਚ ਵਾਸ ਕੀਤਾ। ਹਾਲੇਲੂਇਆ। ਆਪਾਂ ਸ਼ੁਰੂ ਵਿੱਚ ਪੜ੍ਹਦੇ ਸੀ ਅਤੇ ਆਦਿ ਵਿੱਚ ਸ਼ਬਦ ਸੀ, ਹਰ ਸ਼ਬਦ ਪਰਮੇਸ਼ਵਰ ਦੇ ਸੰਗ ਸੀ ਅਤੇ ਸ਼ਬਦ ਹੀ ਪਰਮੇਸ਼ਵਰ ਸੀਗਾ ਅਤੇ ਸਭ ਕੁਝ ਉਸ ਤੋਂ ਰਚਿਆ ਗਿਆ ਤੇ ਰਚਨਾ ਵਿੱਚੋਂ ਇੱਕ ਵਸਤੂ ਵੀ ਉਸ ਤੋਂ ਬਿਨਾਂ ਨਹੀਂ ਰਚੀ ਗਈ। ਜਿਹੜਾ ਸ਼ਬਦ ਸੀਗਾ ਜਿਹਦੇ ਨਾਲ ਪਰਮੇਸ਼ਰ ਨੇ ਕਿਹਾ ਕਿ ਧਰਤੀ ਬਣ ਜਾਏ ਤੇ ਧਰਤੀ ਬਣ ਗਈ, ਜਿਹਦੇ ਵਿੱਚ ਪਰਮੇਸ਼ਰ ਨੇ ਕਿਹਾ, ਸ਼ਬਦ ਦੇ ਨਾਲ ਹੁਕਮ ਦਿੱਤਾ ਕਿ ਹਨੇਰਾ ਚਾਨਣੇ ਤੋਂ ਵੱਖ ਹੋਵੇ ਅਤੇ ਹਨੇਰਾ ਚਾਨਣੇ ਤੋਂ ਵੱਖ ਹੋਇਆ। ਵਚਨ ਕਹਿੰਦਾ ਸਾਨੂੰ ਉਹ ਪਹਿਲਾ ਦਿਨ ਅਤੇ ਪਹਿਲੀ ਰਾਤ ਹੋਈ ਅਤੇ ਜਿਹੜੇ ਸ਼ਬਦ ਦੇ ਨਾਲ ਕਹਿੰਦਾ ਧਰਤੀ ਆਕਾਸ਼ ਰਚਿਆ ਗਿਆ, ਇਹ ਪੂਰੇ ਬ੍ਰਹਮਾਂਡ ਰਚੇ ਗਏ, ਕਹਿੰਦਾ ਉਹ ਸ਼ਬਦ ਹੀ ਫਿਰ ਦੇਹਧਾਰੀ ਹੋ ਕੇ ਇਸ ਧਰਤੀ ਵਿੱਚ ਆਇਆ। ਹਾਲੇਲੂਇਆ। ਹਾਂਜੀ, ਆਪਾਂ ਦੁਬਾਰਾ ਪੜ੍ਹਦੇ ਇਸ ਵਚਨ ਨੂੰ। ਅਤੇ ਸ਼ਬਦ ਦੇਹਧਾਰੀ ਹੋਇਆ ਤੇ ਕਿਰਪਾ ਅਤੇ ਸੱਚਾਈ ਨਾਲ ਭਰਪੂਰ ਹੋ ਕੇ ਸਾਡੇ ਵਿੱਚ ਵਾਸ ਕੀਤਾ। ਅਤੇ ਸ਼ਬਦ ਦੇਹਧਾਰੀ ਹੋਇਆ ਅਤੇ ਕਿਰਪਾ ਅਤੇ ਸੱਚਾਈ ਨਾਲ ਭਰਪੂਰ ਹੋ ਕੇ ਉਹਨੇ ਇਨਸਾਨਾਂ ਵਿੱਚ ਵਾਸ ਕੀਤਾ। ਹਾਂਜੀ, ਅਤੇ ਅਸੀਂ ਉਸ ਦਾ ਤੇਜ ਪਿਤਾ ਦੇ ਇਕਲੌਤੇ ਦੇ ਤੇਜ ਵਰਗਾ ਦੇਖਾ। ਹਾਲੇਲੂਇਆ। ਅਤੇ ਪ੍ਰਭੂ ਦਾ ਵਚਨ ਕਹਿੰਦਾ ਜਦ ਸ਼ਬਦ ਦੇਹਧਾਰੀ ਹੋਇਆ ਉਹਦੇ ਵਿੱਚ ਕਿਰਪਾ ਸੀ, ਸੱਚਾਈ ਸੀ ਅਤੇ ਉਹ ਪੂਰਾ ਸੱਚਾਈ ਤੇ ਕਿਰਪਾ ਨਾਲ ਭਰਪੂਰ ਸੀਗਾ। ਕੋਈ ਉਹਨੂੰ ਗਾਲਾਂ ਕੱਢਦਾ ਸੀਗਾ, ਉਹਨੂੰ ਗਾਲਾਂ ਦੇ ਵੱਟੇ ਕੀ ਕਰਦਾ ਸੀਗਾ? ਆਸ਼ੀਸ਼ ਦਿੰਦਾ ਸੀਗਾ। ਹਾਲੇਲੂਇਆ। ਕੋਈ ਉਹਦਾ ਥੱਪੜ ਮਾਰਦਾ ਸੀਗਾ, ਆਪਣੀ ਦੂਜੀ ਗੱਲ ਉਹਦੇ ਅੱਗੇ ਕਰਦਾ ਸੀ। ਹਾਲੇਲੂਇਆ। ਪ੍ਰਭੂ ਕਹਿੰਦਾ ਮੈਂ ਤੁਹਾਡੇ ਲਈ ਕਹਿੰਦਾ ਸੰਸਾਰ ਦੇ ਵਿੱਚ ਦੇਹਧਾਰੀ ਤਾਂ ਹੋ ਕੇ ਆਇਆ, ਮੈਂ ਤੁਹਾਡੇ ਲਈ ਇੱਕ ਨਮੂਨਾ ਬਣਿਆ। ਤੁਸੀਂ ਕਹਿੰਦਾ ਮੇਰੀ ਚਾਲ ਚੱਲੋ ਤਾਂ ਕਹਿੰਦਾ ਤੁਸੀਂ ਜਿੱਤ ਕੇ ਕਹਿੰਦਾ ਉਹ ਸਵਰਗ ਵਿੱਚ ਜਾ ਬਸੋਗੇ। ਜਿਹੜਾ ਸਵਰਗ ਕਹਿੰਦਾ ਮੈਂ ਆਪਣੇ ਪ੍ਰੇਮੀਆਂ ਦੇ ਲਈ ਤਿਆਰ ਕੀਤਾ, ਜਿਹੜੀ ਜਗ੍ਹਾ ਕਹਿੰਦਾ ਮੈਂ ਆਪਣੇ ਪ੍ਰੇਮੀਆਂ ਲਈ ਤਿਆਰ ਕਰਦਾ, ਕਹਿੰਦਾ ਉਹ ਤੁਹਾਡੀਆਂ ਸੋਚਾਂ ਤੋਂ ਪਰਾਂਗੀ, ਤੁਸੀਂ ਉਹਦੇ ਵਿੱਚ ਵਾਸ ਕਰਨਾ। ਕਹਿੰਦਾ ਮੈਂ ਤੁਹਾਡੇ ਲਈ ਇੱਕ ਨਮੂਨਾ ਗਾ, ਤੁਸੀਂ ਉਹ ਨਮੂਨੇ ਦੇ ਉੱਤੇ ਚੱਲੋ ਅਤੇ ਕਹਿੰਦਾ ਮੇਰੇ ਵਾਂਗਰਾਂ ਚੱਲ ਕੇ ਤੁਸੀਂ ਕਹਿੰਦਾ ਮੌਤ ਅਤੇ ਸ਼ੈਤਾਨ ਨੂੰ ਜਿੱਤ ਲਓ, ਜਿਸ ਤਰ੍ਹਾਂ ਕਹਿੰਦਾ ਮੈਂ ਜਿੱਤਿਆ ਅਤੇ ਜਿੱਤਣ ਵਾਲੇ ਨੂੰ ਮੈਂ ਕੀ ਦੇਵਾਂਗਾ? ਜ਼ਿੰਦਗੀ ਦਾ ਮੁਕਤ। ਹਾਲੇਲੂਇਆ। ਆਪਾਂ ਸੰਸਾਰ ਦੇ ਵਿੱਚ ਕੋਈ ਰੇਸ ਜਿੱਤਦੇ ਹਾਂ, ਕੋਈ ਦੌੜ ਜਿੱਤਦੇ ਹਾਂ, ਕੋਈ ਹੋਰ ਵੀ ਕੰਮ ਕਰਦੇ ਆਪਾਂ, ਕੋਈ ਜਿੱਤ ਵਾਸਤੇ ਰੱਖਿਆ ਹੁੰਦਾ ਤਾਂ ਆਪਾਂ ਨੂੰ ਇਨਾਮ ਦੇ ਵਿੱਚ ਕੀ ਮਿਲਦਾ? ਟਰੋਫੀਆਂ ਮਿਲਦੀਆਂ ਨੇ, ਇਨਾਮ ਦੇ ਵਿੱਚ ਕੁਝ ਪੈਸੇ ਮਿਲਦੇ ਨੇ। ਪਰ ਪ੍ਰਭੂ ਆਪਾਂ ਨੂੰ ਕੀ ਦੇਣ ਵਾਲਾ ਹੈ? ਪ੍ਰਭੂ ਕਹਿੰਦਾ ਮੈਂ ਇਨਾਮ ਦੇ ਵਿੱਚ ਜਿਹੜਾ ਜਿੱਤਣ ਵਾਲਾ ਉਹਨੂੰ ਕੀ ਦੇਵਾਂਗਾ? ਜ਼ਿੰਦਗੀ ਦਾ ਮੁਕਤ। ਹਾਲੇਲੂਇਆ। ਕਹਿੰਦਾ ਉਹ ਜ਼ਿੰਦਗੀ ਦਾ ਮੁਕਤ ਦੇਵਾਂਗਾ ਜਿਹੜੀ ਕਦੇ ਵੀ ਨਾਸ ਨਹੀਂ ਹੁੰਦੀ। ਕਹਿੰਦਾ ਉਹ ਜ਼ਿੰਦਗੀ ਦਾ ਮੁਕਤ ਦੇਵਾਂਗਾ ਜਿੱਥੇ ਕੋਈ ਦੁੱਖ ਨਹੀਂ, ਜਿੱਥੇ ਕੋਈ ਤਕਲੀਫ ਨਹੀਂ। ਮੈਂ ਉਹ ਜ਼ਿੰਦਗੀ ਦਾ ਮੁਕਤ ਦੇਵਾਂਗਾ ਜਿੱਥੇ ਨਾ ਕੋਈ ਦੁੱਖ ਹੈ, ਨਾ ਕੋਈ ਪੀੜਾ, ਨਾ ਕੋਈ ਤਕਲੀਫ ਹੈ। ਕਹਿੰਦਾ ਮੈਂ ਹਰ ਘੜੀ ਕਹਿੰਦਾ ਤੁਹਾਡੇ ਸੰਗ ਰਹਾਂਗਾ ਅਤੇ ਤੁਸੀਂ ਕਹਿੰਦਾ ਮੇਰੇ ਚਾਨਣ ਦੇ ਵਿੱਚ, ਮੇਰੀ ਛਤਰ ਛਾਇਆ ਦੇ ਵਿੱਚ ਹਮੇਸ਼ਾ ਮੇਰੇ ਨਾਲ ਰਹੋਗੇ। ਹਾਲੇਲੂਇਆ। ਆਪਾਂ ਪਹਿਲਾ ਯੋਹੰਨਾ ਲਾਸਟ ਵਚਨ ਪੜ੍ਹਦੇ ਆਪਾਂ, ਪਹਿਲੇ ਯੋਹੰਨਾ ਦੀ ਪੱਤਰੀ ਯੋਹੰਨਾ ਦੀ ਪੱਤਰੀ ਕੱਢੋ ਸਾਰੇ ਪਹਿਲੇ 1:4 ਦੇ ਉਹਦੇ 6 ਵਚਨ ਪੜ੍ਹੋ। ਛੇ ਤੋਂ ਹਾਂਜੀ। ਅਸੀਂ ਪਰਮੇਸ਼ਵਰ ਤੋਂ ਹਾਂ। ਜਿਹੜਾ ਪਰਮੇਸ਼ਵਰ ਨੂੰ ਜਾਣਦਾ ਹੈ ਉਹ ਸਾਡੀ ਸੁਣਦਾ ਹੈ, ਜੋ ਕੋਈ ਪਰਮੇਸ਼ਵਰ ਤੋਂ ਨਹੀਂ ਉਹ ਸਾਡੀ ਨਹੀਂ ਸੁਣਦਾ। ਇਸ ਤੋਂ ਅਸੀਂ ਸੱਚਾਈ ਦੇ ਆਤਮਾ ਤੇ ਬਦਰਾਹੀ ਦੇ ਆਤਮਾ ਨੂੰ ਜਾਣ ਲੈਂਦੇ ਹਾਂ। ਹਾਲੇਲੂਇਆ। ਸੰਸਾਰ ਵਿੱਚ ਦੋ ਚੀਜ਼ਾਂ ਨੇ, ਸੱਚ ਅਤੇ ਝੂਠ, ਹਨੇਰ ਅਤੇ ਚਾਨਣ। ਇਸ ਕਰਕੇ ਪਰਮੇਸ਼ਰ ਦਾ ਆਤਮਾ ਸਾਨੂੰ ਕਹਿੰਦਾ ਅਸੀਂ ਪਰਮੇਸ਼ਰ, ਜਿਹੜੇ ਪਰਮੇਸ਼ਰ ਨੂੰ ਸੁਣਦੇ ਹਨ, ਪਰਮੇਸ਼ਰ ਦੇ ਬਚਨਾਂ ਉੱਤੇ ਚੱਲਦੇ ਹਨ, ਬਾਣੀ ਦੇ ਮੁਤਾਬਕ ਚੱਲਦੇ ਹਨ, ਆਪਦੀ ਜ਼ਿੰਦਗੀ ਨੂੰ ਕਹਿੰਦਾ ਬਚਨ ਦੇ ਮੁਤਾਬਕ ਚਲਾਉਂਦੇ ਹਨ, ਆਪਦੀ ਜ਼ਿੰਦਗੀ ਨੂੰ ਬਾਣੀ ਮੁਤਾਬਕ ਬਤੀਤ ਕਰਦੇ ਹਨ, ਉਹ ਲੋਕ ਕਿਤੋਂ ਨੇ? ਉਹ ਲੋਕ ਪਰਮੇਸ਼ਰ ਤੋਂ ਨੇ। ਪਰ ਜਿਹੜੇ ਲੋਕ ਪਰਮੇਸ਼ਰ ਦੀ ਆਵਾਜ਼ ਨੂੰ ਨਹੀਂ ਸੁਣਦੇ ਉਹ ਫਿਰ ਕਿਤੋਂ ਨੇ? ਉਹ ਬਦਰਾਈ ਦੇ ਆਤਮਾ ਤੋਂ ਨੇ, ਉਹ ਬਦਰੂਆਂ ਦੇ ਆਤਮੇ ਤੋਂ ਨੇਗੇ, ਜਿਹੜੇ ਆਪਦੇ ਮਨਮਤੀ ਨਾਲ ਚੱਲਦੇ ਨੇਗੇ ਅਤੇ ਆਪਦੀਆਂ ਸੋਚਾਂ ਨਾਲ ਚੱਲਦੇ ਨੇ, ਆਪਦੇ ਵਿਚਾਰਾਂ ਨਾਲ ਚੱਲਦੇ ਨੇ। ਪਰ ਸਾਡੇ ਲਈ ਤਾਂ ਇੱਕ ਬਾਲਕ ਜੰਮਿਆ ਅਤੇ ਉਹ ਬਾਲਕ ਨੇ ਸਾਡੇ ਲਈ ਆਪਣੀ ਵੱਡਾ ਹੋ ਕੇ ਜਾਨ ਦਿੱਤੀ ਹੈ। ਉਹ ਬਾਲਕ ਨੇ ਸਾਡੇ ਲਈ ਦੁੱਖ ਝੱਲੇ ਨੇ
ਅਤੇ ਸਾਨੂੰ ਆਪਦਾ ਲਹੂ ਦੇ ਕੇ ਮੁੱਲ ਖਰੀਦ ਲਿਆ। ਹਾਲੇਲੂਇਆ। ਕਿਉਂਕਿ ਵਚਨ ਕਹਿੰਦਾ ਤੁਸੀਂ ਭਾਈ ਕਹਿੰਦਾ ਕਿਸੇ ਸੋਨੇ ਨਾਲ ਮੁੱਲ ਨਹੀਂ ਲੈਤੇ ਗਏ, ਤੁਸੀਂ ਕਿਸੇ ਚਾਂਦੀ ਨਾਲ ਮੁੱਲ ਨਹੀਂ ਲਏ ਗਏ, ਤੁਸੀਂ ਕਿਸੇ ਪੈਸੇ ਨਾਲ ਮੁੱਲ ਨਹੀਂ ਲਏ ਗਏ, ਤੁਸੀਂ ਮੁੱਲ ਲਏ ਗਏ ਹੋ ਯਿਸੂ ਮਸੀਹ ਦੇ ਲਹੂ ਦੇ ਦੁਆਰਾ। ਹਾਲੇਲੂਇਆ। ਪ੍ਰਭੂ ਯਿਸੂ ਮਸੀਹ ਨੇ ਸਾਨੂੰ ਮੁੱਲ ਖਰੀਦਣ ਦੇ ਲਈ ਆਪਦਾ ਲਹੂ ਵਹਾਇਆਗਾ ਅਤੇ ਹੁਣ ਪ੍ਰਭੂ ਕਹਿੰਦਾ ਤੁਸੀਂ ਪਰ ਕਿਸ ਤੋਂ ਹੋ। ਹਾਂਜੀ ਆਪਾਂ ਪੜ੍ਹਦੇ ਹਾਂ, ਮੇਰੇ ਪਿਆਰਿਓ, ਆਓ ਅਸੀਂ ਇੱਕ ਦੂਜੇ ਨਾਲ ਪ੍ਰੇਮ ਰੱਖੀਏ, ਕਿਉਂ ਜੋ ਪ੍ਰੇਮ ਪਰਮੇਸ਼ਵਰ ਤੋਂ ਹੈ ਅਤੇ ਹਰੇਕ ਜਿਹੜਾ ਪ੍ਰੇਮ ਕਰਦਾ ਹੈ ਉਹ ਪਰਮੇਸ਼ਵਰ ਤੋਂ ਜੰਮਿਆ ਹੋਇਆ ਹੈ ਅਤੇ ਪਰਮੇਸ਼ਵਰ ਨੂੰ ਜਾਣਦਾ ਹੈ। ਹਾਲੇਲੂਇਆ। ਸਭ ਤੋਂ ਮੇਨ ਚੀਜ਼ ਹੈ ਇੱਕ ਦੂਜੇ ਨੂੰ ਸਾਡਾ ਪ੍ਰੇਮ ਕਰਨਾ ਹੈ, ਕਿਉਂਕਿ ਜੋ ਕੋਈ ਪ੍ਰੇਮ ਕਰਦਾਗਾ ਉਹ ਕਿਤੋਂ ਆ, ਉਹ ਪਰਮੇਸ਼ਵਰ ਦਾ। ਕਿਉਂਕਿ ਪਰਮੇਸ਼ਵਰ ਕੀ ਹੈ? ਪਰਮੇਸ਼ਵਰ ਪਿਆਰ ਹੈ। ਹਾਲੇਲੂਇਆ। ਕਿਉਂਕਿ ਪਰਮੇਸ਼ਵਰ ਕਿਸੇ ਵੀ ਆਤਮਾ ਨੂੰ ਨਫ਼ਰਤ ਨਹੀਂ ਕਰਦਾ। ਪ੍ਰਭੂ ਨਫ਼ਰਤ ਕਿਹਨੂੰ ਕਰਦਾ? ਇਕੱਲੇ ਪਾਪ ਨੂੰ ਨਫ਼ਰਤ ਕਰਦਾ। ਕਿਉਂਕਿ ਵਚਨ ਕਹਿੰਦਾ ਮੈਨੂੰ ਖੁਸ਼ੀ ਹੈ ਜੇ ਕੋਈ ਪਾਪੀ ਪਾਪ ਨੂੰ ਛੱਡ ਕੇ ਤੌਬਾ ਕਰਦਾ ਤੇ ਧਰਮ ਵਿੱਚ ਚੱਲਦਾ ਤੇ ਉਹ ਇੱਕ ਦੂਜੇ ਨੂੰ ਪਿਆਰ ਕਰਦਾ ਹੈ, ਕਹਿੰਦਾ ਫਿਰ ਮੇਰੇ ਸਵਰਗ ਦਾ ਵਾਰਸ ਹੈ। ਹਾਲੇਲੂਇਆ। ਇਸ ਕਰਕੇ ਤੁਹਾਡੇ ਵਿੱਚ ਕੋਈ ਕਮੀ ਘਾਟ ਹੈ ਤਾਂ ਉਹ ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚ ਪਰਮੇਸ਼ਰ ਦੇ ਵਚਨ ਦੁਆਰਾ ਨਿਕਲੇ ਅਤੇ ਪਰਮੇਸ਼ਰ ਤੁਹਾਨੂੰ ਇਸ ਵਚਨ ਦੇ ਨਾਲ ਬਹੁਤ ਸਾਰੀ ਆਸ਼ੀਸ਼ ਦੇਵੇ। ਅਤੇ ਆਪਾਂ ਅੱਖਾਂ ਬੰਦ ਕਰੋ, ਵਚਨ ਦੇ ਲਈ ਪ੍ਰਾਰਥਨਾ ਕਰਦੇ ਹਾਂ।